ਕਲੇਰ ਸਾਹਿਬ ਹੋ ਕੀ ਰਿਹਾ ਹੈ ਇਹ ਹੁਣ ਲਾਈਨ ਕ੍ਰਾਸ ਕੌਣ ਕਰ ਰਿਹਾ ਹੈ ਅਕਾਲੀ ਦਲ ਦੇ ਮੁਤਾਬਿਕ ਅਕਾਲੀ ਦਲ ਨੂੰ ਕੀ ਨਜ਼ਰ ਆ ਰਿਹਾ ਹੈ ਗੌਰਵ ਜੀ ਮੇਰਾ ਜਿਹੜਾ ਪੰਜਾਬ ਹੈ ਇਹ ਇੱਕ ਬਾਰਡਰ ਸੂਬਾ ਤੇ ਬਾਰਡਰ ਸੂਬੇ ਦੇ ਆਪਣੇ ਬਹੁਤ ਮਸਲੇ ਨੇ ਚਾਹੇ ਗਵਾਂਢੀ ਮੁਲਕ ਤੋਂ ਖਤਰਾ ਹੋਵੇ ਚਾਹੇ ਬਾਰਡਰ ਸੂਬੇ ਦਾ ਆਪਣਾ ਲਾਅ ਐਂਡ ਆਰਡਰ ਹੋਵੇ ਚਾਹੇ ਬਾਰਡਰ ਸੂਬੇ ਦੀ ਡਿਵੈਲਪਮੈਂਟ ਹੋਵੇ ਚਾਹੇ ਸੋਸ਼ਲ ਵੈਲਫੇਅਰ ਸਕੀਮਾਂ ਹੋਣ ਜਿਹੜਾ ਅੱਜ ਪੰਜਾਬ ਦੇ ਵਿੱਚ ਸਭ ਕੁਝ ਸਿਸਟਮ ਹੀ ਚਰਮਰਾ ਗਿਆ ਤੇ ਸਾਡੇ ਵਿਧਾਨ ਸਭਾ ਸੈਸ਼ਨ ਜਾਂ ਵਿਧਾਨ ਸਭਾ ਨੂੰ ਮੁੱਖ ਮੰਤਰੀ ਨੇ ਇੱਕ ਪੋਲੀਟੀਕਲ ਅਖਾੜਾ ਬਣਾ ਲਿਆ ਹੈ ਮੁੱਖ ਮੰਤਰੀ ਨੂੰ ਕਿਸੇ ਨੇ ਇੰਨੀ ਇੱਕ ਗੱਲ ਦੱਸਤੀ ਹੈ ਕਿ ਅੰਦਰ ਖੜ ਕੇ ਜੋ ਮਰਜ਼ੀ ਬੋਲੋ ਡੈਫੇਮੇਸ਼ਨ ਨਹੀਂ ਪੈਂਦੀ ਤੇ ਮੁੱਖ ਮੰਤਰੀ ਵਿਧਾਨ ਸਭਾ ਲਾਉਂਦੇ ਕਾਦੇ ਲਈ ਨੇ ਸਿਰਫ ਦੂਜਿਆਂ ਦੀ ਕਿਰਦਾਰਕੁਸ਼ੀ ਕਰਨ ਵਾਸਤੇ ਮੈਨੂੰ ਇਹ ਦੱਸੋ ਵੀ ਜਿੰਨੇ ਵਿਸ਼ੇਸ਼ ਸੈਸ਼ਨ ਬੁਲਾਏ ਉਹਨਾਂ ਚੋਂ ਪੰਜਾਬ ਨੂੰ ਕੀ ਫਾਇਦਾ ਹੋਇਆ ਪੰਜਾਬ ਲਈ ਕੀ ਨਿਕਲਿਆ ਅੱਜ ਤੱਕ ਆਪਰੇਸ਼ਨ ਲੋਟਸ ਤੇ ਐਕਸ਼ਨ ਟੇਕਨ ਰਿਪੋਰਟ ਨਹੀਂ ਆਈ ਜਿਹੜੇ ਕਹਿੰਦੇ ਸੀ ਸਾਡੇ ਐਮਐਲਏ ਖਰੀਦ ਰਹੇ ਨੇ ਡੀਜੀਪੀ ਕੋਲੇ ਹਰਪਾਲ ਚੀਮਾ ਗਿਆ ਸੀ ਔਰ ਕੱਲ ਫੇਰ ਦੁਬਾਰਾ ਦੇਖੋ ਇੱਕ ਗੱਲ ਇਹ ਕਰਦੇ ਨੇ ਏਜੰਡਾ ਕੁਝ ਹੋਰ ਭੇਜਦੇ ਨੇ ਸੈਸ਼ਨ ਬੁਲਾਇਆ ਜਿਹੜਾ ਹੁੰਦਾ ਵਿੱਤੀ ਸੈਸ਼ਨ ਨੂੰ ਐਕਸਟੈਂਡ ਕਰਨ ਦਾ ਉੱਥੇ ਫੇਰ ਦੁਬਾਰਾ ਇਲੀਗਲ ਬਿੱਲ ਲਿਆਂਦਾ ਸਿੱਧਾ ਗੁਰੂ ਘਰਾਂ ਤੇ ਕਬਜ਼ਾ ਉਹਨਾਂ ਤੇ ਹਮਲਾ ਔਰ ਮੁੱਖ ਮੰਤਰੀ ਦੀ ਜੋ ਸ਼ਬਦਾਵਲੀ ਸੀ ਅੰਦਰ ਦੇਖੋ ਅੱਜ ਗਵਰਨਰ ਸਾਹਿਬ ਨੇ ਜੋ ਕਿਹਾ ਮੈਂ ਵੀ ਗਵਰਨਰ ਸਾਹਿਬ ਨਾਲ ਮੈਨੂੰ ਦੇਖੋ ਗਵਰਨਰ ਸਾਹਿਬ ਦੀ ਇੱਕ ਚੇਅਰ ਦੀ ਰਿਸਪੈਕਟ ਹੈ ਪਰ ਮੈਂ ਗਵਰਨਰ ਸਾਹਿਬ ਨੂੰ ਦੱਸਣਾ ਚਾਹੁੰਦਾ ਵੀ ਇਹ ਸਰਕਾਰ ਨੇ ਬਖਸ਼ਿਆ ਕਿਹਨੂੰ ਹੈ ਨਾ ਗਵਰਨਰ ਬਖਸ਼ਿਆ ਨਾ ਬਾਣੇ ਵਾਲੇ ਬਖਸ਼ੇ ਨਾ ਗੁਰੂ ਦੀ ਬਾਣੀ ਬਖਸ਼ੀ ਨਾ ਇਹਨਾਂ ਨੇ ਕਕਾਰ ਬਖਸ਼ੇ ਸਨੀ ਆਲੂਵਾਲੀਆ ਸਾਹਿਬ ਉਰੇ ਬੈਠੇ ਨੇ ਮੇਰੇ ਵੱਡੇ ਭਰਾ ਨੇ ਮੈਂ ਬਹੁਤ ਸਤਿਕਾਰ ਕਰਦਾ ਇਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਕੁਝ ਵੀ ਹੋਵੇ ਮੈਂ ਸਨੀ ਆਲੂਵਾਲੀਆ ਨੂੰ ਪੁੱਛਦਾ ਕਿ ਤੁਸੀਂ ਪਹਿਲਾਂ ਤੁਸੀਂ ਵੀ ਦਾੜੇ ਆਪਣੀ ਬੰਨ੍ਹਦੇ ਸੀ ਅੱਜ ਪ੍ਰਕਾਸ਼ ਕਰ ਲਿਆ ਕੀ ਅਕਾਲੀ ਦਲ ਨੇ ਸਵਾਲ ਉਠਾਇਆ ਵੀ ਮੌਕਾ ਪ੍ਰਸਤ ਹੋ ਗਏ ਮੁੱਖ ਮੰਤਰੀ ਨੂੰ ਕਿਹਨੇ ਹੱਕ ਦਿੱਤਾ ਕਿ ਜਿਹੜਾ ਸਿੱਖਾਂ ਨੂੰ ਗੁਰੂ ਦੀ ਬਖਸ਼ਿਸ਼ ਹੈ ਸਾਡੇ ਤੇ ਨਹੀਂ ਆਲੂਵਾਲੀਆ ਸਾਹਿਬ ਤੇ ਅਸਾਂ ਕਹਾਂਗੇ ਸਾਨੂੰ ਵੀ ਗੁਰੂ ਬਖਸ਼ਿਸ਼ ਕਰੇ ਅਸੀਂ ਵੀ ਗੁਰੂ ਦੀਆਂ ਬਖਸ਼ਿਸ਼ਾਂ ਲਈਏ ਕੀ ਮੁੱਖ ਮੰਤਰੀ ਨੂੰ ਇਹ ਸਮਝਾ ਨਹੀਂ ਸਕਦੇ ਆਲੂਵਾਲੀਆ ਸਾਹਿਬ ਕਿ ਮੁੱਖ ਮੰਤਰੀ ਸਾਹਿਬ ਬੋਲਣ ਲੱਗੇ ਗੁਰੇਜ਼ ਕਰੋ ਇਹ ਜਿਹੜੀਆਂ ਗੁਰੂ ਦੀਆਂ ਦਾਤਾਂ ਨੇ ਇਹਨਾਂ ਤੇ ਜਿਹੜੀ ਗੰਦੀ ਸ਼ਬਦਾਵਲੀ ਹੈ ਕਿਰਪਾ ਕਰਕੇ ਆਪਣਾ ਮੂੰਹ ਉਹਨਾਂ ਤੇ ਬੰਦ ਰੱਖੋ ਠੀਕ ਹੈ ਗੁਰੂ ਘਰ ਦੇ ਕੀਰਤਨੀਆਂ ਦੇ ਖਿਲਾਫ ਬੋਲੇ ਉਹਨਾਂ ਤੇ ਆਪਣਾ ਮੂੰਹ ਬੰਦ ਰੱਖੋ ਇੱਕ ਮਿੰਟ ਆਲੂਵਾਲੀਆ ਸਾਹਿਬ ਫਿਰ ਦੂਜੇ ਆਪਾਂ ਆ ਜਾਈਏ ਮਸਲੇ ਪੰਜਾਬ ਦੇ ਹੁਣ ਪਹਿਲੀ ਗੱਲ ਜਿਹੜੀ ਅੱਜ ਗਵਰਨਰ ਸਾਹਿਬ ਨੇ ਬਹੁਤ ਗੰਭੀਰ ਇਲਜ਼ਾਮ ਲਾਇਆ ਉਹ ਲਾਇਆ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਹੈ ਅਗਰ ਉਹਦੇ ਚ ਯੂਜੀਸੀ ਨੋਰਮਸ ਫੁੱਲਫਿਲ ਨਹੀਂ ਕੀਤੇ ਤਾਂ ਪੰਜਾਬ ਸਰਕਾਰ ਪੇਪਰ ਲਿਆਵੇ ਕਿ ਕਿਉਂ ਨਹੀਂ ਕੀਤੇ ਪੰਜਾਬ ਨੂੰ ਜਾਣਨ ਦਾ ਹੱਕ ਹੈ ਅਗਰ 40 ਐਪਲੀਕੈਂਟ ਆਏ ਇੰਟਰਵਿਊ ਲਈ ਨਹੀਂ ਬੁਲਾਏ ਗਏ ਪੰਜਾਬ ਸਰਕਾਰ ਕਰੇ ਜਾਰੀ ਇੰਟਰਵਿਊ ਹੋਈ ਹੈ ਕਿ ਨਹੀਂ ਹੋਈ ਗਵਰਨਰ ਸਾਹਿਬ ਨੇ ਅਗਰ ਐਡਵਰਸ ਨੋਟ ਦਿੱਤਾ ਹੈ ਤੁਸੀਂ ਉਹਨਾਂ ਨੇ ਤਾਂ ਵੀ ਲਾਤਾ ਕਿ ਚਲੋ ਜੀ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਪਰ ਇੱਕ ਗੱਲ ਦੀ ਜਵਾਬਦੇਹੀ ਤਾਂ ਹੈ ਕਿ ਫਿਰ ਜਿਹੜਾ ਚਾਂਸਲਰ ਵਾਈਸ ਚਾਂਸਲਰ ਵਾਲਾ ਮਸਲਾ ਵਿਧਾਨ ਸਭਾ ਚੱਲਿਆ ਕਿਤੇ ਇਸੇ ਗੱਲ ਕਰਕੇ ਤਾਂ ਨਹੀਂ ਕਈ ਇਨਕੰਪੀਟੈਂਟ ਬੰਦੇ ਯੂਨੀਵਰਸਿਟੀਆਂ ਚਲਾਏ ਜਾ ਰਹੇ ਨੇ ਉਹਨਾਂ ਤੇ ਆਬਜੈਕਸ਼ਨ ਹੋ ਰਹੀ ਹੈ ਤੇ ਤੁਸੀਂ ਉਸ ਚੀਜ਼ ਤੇ ਤੁਹਾਨੂੰ ਸਾੜਾ ਪੈਂਦਾ ਦੂਜੀ ਗੱਲ ਤੇ ਆਜੋ ਜੋ ਆਰਡੀਐਫ ਦਾ ਇਸ਼ੂ ਹੈ ਜੀ ਪੰਜਾਬ ਦੀ ਸਰਕਾਰ ਗਵਰਨਰ ਨੇ ਜਿਹੜਾ ਗੰਭੀਰ ਐਲੀਗੇਸ਼ਨ ਲਾਇਆ ਉਹ ਤੇ ਵਾਈਟ ਪੇਪਰ ਜਾਰੀ ਕਰੇ ਕਿ ਆਰਡੀਐਫ ਬਾਰੇ ਇਹਨਾਂ ਨੇ ਗਵਰਨਰ ਨੂੰ ਲਿਖਤੀ ਦਿੱਤਾ ਸੀ ਔਰ ਗਵਰਨਰ ਨੇ ਉਹ ਦਿੱਲੀ ਨੂੰ ਨਹੀਂ ਭੇਜਿਆ ਕਿਉਂਕਿ ਇਹਨਾਂ ਨੇ ਇਲਜ਼ਾਮ ਲਾਇਆ ਅਗਰ ਗਵਰਨਰ ਝੂਠ ਬੋਲ ਰਹੇ ਨੇ ਤਾਂ ਗਵਰਨਰ ਜਵਾਬ ਦੇ ਨੇ ਪਰ ਉਹਨਾਂ ਨੇ ਆ ਕੇ ਕਹਿਤਾ ਕਿ ਮੈਨੂੰ ਨਹੀਂ ਭੇਜਿਆ ਨਹੀਂ ਪੰਜਾਬ ਸਰਕਾਰ ਜਵਾਬ ਦੇ ਤੀਸਰੀ ਜਿਹੜੀ ਗੱਲ ਆਈ ਪੰਜਾਬ ਯੂਨੀਵਰਸਿਟੀ ਦੀ ਜੀ ਹੁਣ ਅੱਜ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਸਰਕਾਰ ਨੇ 5 ਕਰੋੜ ਦੇ ਕਰੀਬ 500 ਕਰੋੜ ਦੇ ਕਰੀਬ ਪੈਸਾ ਦੇਣਾ ਉਹ 500 ਕਰੋੜ ਨਾ ਦੇ ਕੇ ਇਹ 750 800 ਕਰੋੜ ਐਡਵਰਟਾਈਜ਼ਮੈਂਟ ਤੇ ਲਾਉਂਦੇ ਨੇ ਉਹਦੀ ਕੀ ਜਵਾਬਦੇਹੀ ਹੈ ਕੌਣ ਦੱਸੇਗਾ 500 ਕਰੋੜ ਅਗਰ ਪਿਛਲੇ 5 ਸਾਲਾਂ ਚ ਨਹੀਂ ਗਿਆ ਜਿੱਥੋਂ 4 ਸਾਲ ਕਾਂਗਰਸ ਦੇ ਨੇ 1 ਸਾਲ ਆਮ ਆਦਮੀ ਪਾਰਟੀ ਦਾ ਉਹਦੀ ਜਵਾਬਦੇਹੀ ਕਿਹਦੀ ਹੈ ਜਿਹੜਾ ਚੌਥਾ ਬਹੁਤ ਸਾਰੇ ਪੁਆਇੰਟਸ ਮੇਰੇ 4-5 ਮਸਲੇ ਮੇਰੇ ਲੈ ਲਓ ਫਿਰ ਉਸ ਤੋਂ ਬਾਅਦ ਇੱਕ ਇੱਕ ਕਰਕੇ ਜਵਾਬ ਲੈਂਦਾ ਰਹੂੰਗਾ ਚੌਥਾ ਮਸਲਾ ਜੀ ਇਹ ਕਹਿੰਦੇ ਜੀ ਗਵਰਨਰ ਸਾਹਿਬ ਨੇ ਮੀਟਿੰਗ ਕਿਉਂ ਲਈ ਹੁਣ ਅੱਜ ਭਗਵੰਤ ਮਾਨ ਸਾਹਿਬ ਦੱਸਣ ਕਿ ਜਿਹੜੀ ਨਾਰਥ ਜ਼ੋਨ ਕਾਉਂਸਲ ਦੀ ਜੈਪੁਰ ਦੇ ਵਿੱਚ ਮੀਟਿੰਗ ਹੋਈ ਹੈ ਜਿੱਥੇ ਹਰਪਾਲ ਚੀਮਾ ਮੁੱਖ ਮੰਤਰੀ ਦੇ ਨੁਮਾਇੰਦੇ ਦੇ ਤੌਰ ਤੇ ਗਏ ਅਰਵਿੰਦ ਕੇਜਰੀਵਾਲ ਉੱਥੇ ਸੀ ਪ੍ਰਧਾਨ ਮੰਤਰੀ ਉੱਥੇ ਸੀ ਉੱਥੇ ਫੈਸਲਾ ਹੋਇਆ ਕਿ ਚੰਡੀਗੜ੍ਹ ਸਮੇਤ ਸਾਰੇ ਮਸਲੇ ਮੁੜ ਤੋਂ ਵਿਚਾਰੇ ਜਾਣ ਜਿਹਦੀ ਚੇਅਰ ਗਵਰਨਰ ਕਰਨਗੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਉੱਥੇ ਆਉਣਗੇ ਤਾਂ ਉੱਥੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਆਬਜੈਕਟ ਕੀਤਾ ਕਿ ਰੀਆਰਗੇਨਾਈਜੇਸ਼ਨ ਐਕਟ ਇਹ ਚੀਜ਼ਾਂ ਡਿਸਾਈਡ ਕਰ ਚੁੱਕੀ ਹੈ ਚੰਡੀਗੜ੍ਹ ਪੰਜਾਬ ਦਾ ਉੱਥੇ ਕਿਉਂ ਜਵਾਬ ਲੈ ਲਓ ਛੋਟਾ ਮਸਲਾ ਲਾਸਟ ਬਹੁਤ ਸਾਰੇ ਪੁਆਇੰਟ ਇਕੱਠੇ ਹੋ ਗਏ ਲੱਗਦਾ ਸਕਿਪ ਹੋ ਜਾਣਗੇ ਠੀਕ ਹੈ ਇੱਕ ਜਿਹੜਾ ਹੈਲੀਕਾਪਟਰ ਵਾਲਾ ਮਸਲਾ ਦੇਖੋ ਗਵਰਨਰ ਸਾਹਿਬ ਨੇ ਤਾਂ ਕਲੀਅਰ ਕਰਤਾ ਕਿ ਮੈਂ 4 ਵਾਰੀ ਗਿਆ ਸਰਕਾਰੀ ਕੰਮ ਗਿਆ ਹੁਣ ਨਹੀਂ ਜਾਊਂਗਾ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਸਾਡਾ ਹੈਲੀਕਾਪਟਰ ਸਾਰੇ ਮੁਲਕ 'ਚ ਘੁੰਮ ਰਿਹਾ ਉਹ ਖਾਤਾ ਪੰਜਾਬ ਸਰਕਾਰ ਦੇ ਖਰਚੇ 'ਚ ਪੈਸੇ ਪੈ ਰਹੇ ਨੇ ਉਹਦੀ ਜਵਾਬਦੇਹੀ ਕਿਹਦੀ ਹੈ ਕੇਜਰੀਵਾਲ ਦੀ ਸਿਕਿਉਰਿਟੀ ਜਵਾਬਦੇਹੀ ਕਿਹਦੀ ਹੈ ਅੱਜ ਸਾਰਾ ਪੰਜਾਬ ਨੂੰ ਉਰੇ ਬਹਿ ਕੇ ਦੱਸੋ ਔਰ ਇਕੱਠੇ ਰਿਐਕਟ ਕਰਿਓ ਥੋੜੇ ਟਾਈਮ ਦਿਓ ਇੱਕ ਵਾਰੀ ਖੜਿਆਲ ਸਾਹਿਬ ਦਾ ਰੁਖ ਕਰ ਲਵਾਂ ਬਹੁਤ ਦੇਰ ਦੇ ਇੰਤਜ਼ਾਰ ਉਹਨਾਂ ਦਾ ਫਸਟ ਰਿਐਕਸ਼ਨ ਨਹੀਂ ਆ ਪਾਇਆ ਹੁਣ ਤੱਕ ਖੜਿਆਲ ਸਾਹਿਬ ਕਾਂਗਰਸ ਇਸ ਨੂੰ ਕਿਸ ਦੇ ਉੱਤੇ ਦੇਖਦੀ ਹੈ ਕਿ ਲਾਈਨ ਕ੍ਰਾਸ ਕਰ ਰਹੇ ਨੇ
ਕਿਉਂਕਿ ਆਮ ਆਦਮੀ ਪਾਰਟੀ ਦੇ ਉੱਤੇ ਹਮਲਾਵਰ ਆ ਅਕਾਲੀ ਦਲ ਵੀ, ਤੁਸੀਂ ਵੀ ਲਾਜ਼ਮੀ ਤੌਰ ਤੇ ਹੋਵੋਗੇ, ਪਰ ਪੁਆਇੰਟ ਇਹ ਹੈ ਕਿ ਵਾਕਈ ਹੀ ਗਵਰਨਰ ਦੀ ਚੇਅਰ ਦਾ ਇਸਤੇਮਾਲ ਬੀਜੇਪੀ ਨਹੀਂ ਕਰ ਰਹੀ, ਜੋ ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਹੈ ਕਿ ਗਵਰਨਰ ਦੇ ਜ਼ਰੀਏ ਪੰਜਾਬ ਸਰਕਾਰ ਦੇ ਕੰਮਾਂ 'ਚ ਦਖਲਅੰਦਾਜ਼ੀ ਹੋ ਰਹੀ ਹੈ। ਗੌਰਵ ਜੀ ਧੰਨਵਾਦ ਸਵਾਲ ਲਈ। ਪਹਿਲਾਂ ਤਾਂ ਇੱਕ ਗੱਲ ਸਮਝ ਲਈਏ ਗੌਰਵ ਜੀ ਕਿ ਸਰਕਾਰ ਤੇ ਰਾਜਪਾਲ ਦੇ ਵਿੱਚ ਜਿਹੜੀ ਇਹ ਟਸਲ ਚੱਲ ਰਹੀ ਹੈ, ਇਹਦੇ ਕਰਕੇ ਨੁਕਸਾਨ ਕਿਹਦਾ ਹੋ ਰਿਹਾ, ਸਫਰ ਕੌਣ ਕਰ ਰਿਹਾ ਹੈ? ਉਹ ਹੈ ਪੰਜਾਬ ਤੇ ਪੰਜਾਬ ਦੇ ਲੋਕ। ਤੁਸੀਂ ਗੱਲ ਦੇਖੋ, ਇਹ ਜਦੋਂ ਵਾਰ-ਵਾਰ ਸਟੇਟਮੈਂਟ ਵਾਰ ਚੱਲਦੀ ਰਹਿੰਦੀ ਹੈ ਤੇ ਜਿਹੜੀ ਪੋਲੀਟੀਕਲ ਸਪੇਸ ਹੈ ਸਾਰੀ, ਉਹ ਆ ਚੀਜ਼ ਲੈ ਜਾਂਦੀ ਹੈ। ਚਾਹੇ ਉਹ ਡਿਬੇਟ ਹੋਵੇ, ਆਪਾਂ ਡਿਬੇਟ ਨਾ ਤਾਂ ਲਾਅ ਐਂਡ ਆਰਡਰ ਤੇ ਕਰ ਰਹੇ ਹਾਂ, ਨਾ ਨਸ਼ੇ ਦੇ ਮੁੱਦੇ ਤੇ ਕਰ ਰਹੇ ਹਾਂ, ਨਾ ਆਰਡੀਐਫ ਤੇ ਕਰ ਰਹੇ ਹਾਂ, ਨਾ ਕੋਈ ਹੋਰ ਇੰਪੋਰਟੈਂਟ ਏਜੰਡਾ ਤੇ ਕਰ ਰਹੇ ਹਾਂ। ਆਪਾਂ ਕਰ ਰਹੇ ਹਾਂ ਪਰਸਨਲ ਰਿਮਾਰਕ ਤੇ, ਕੀ ਪਰਸਨਲ ਗੱਲਾਂ ਕਹੀਆਂ ਸਰਕਾਰ ਦੁਆਰਾ ਅਤੇ ਗਵਰਨਰ ਸਾਹਿਬ ਦੁਆਰਾ। ਦੂਜੀ ਗੱਲ, ਇਹ ਚ ਪੰਜਾਬ ਦੇ ਲੋਕਾਂ ਦਾ ਟਾਈਮ ਖਰਾਬ ਹੋ ਰਿਹਾ ਹੈ। ਇਹ ਦੋਵੇਂ ਜਿਹੜੇ ਪੋਜੀਸ਼ਨ ਹੋਲਡਰਸ ਨੇ, ਸੀਐਮ ਸਾਹਿਬ ਤੇ ਗਵਰਨਰ ਸਾਹਿਬ, ਇਹ ਉਹ ਪੋਜੀਸ਼ਨ ਤੇ ਬੈਠੇ ਜਿੱਥੇ ਇਹਨਾਂ ਨੇ ਵੈਲਫੇਅਰ ਕਰਨਾ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ, ਉਹ ਟਾਈਮ ਸਾਰਾ ਇਸ ਜਾ ਰਿਹਾ। ਤੀਜਾ, ਜਦੋਂ ਇਹ ਕੋਰਟ ਚਲੀ ਜਾਂਦੀ ਨਾ, ਇਹ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵਾਰ-ਵਾਰ ਸੀਨਾ ਠੋਕ ਕੇ ਕਹਿ ਰਹੀ ਹੈ ਅਸੀਂ ਕੋਰਟ ਚੋਂ ਆ ਲੈ ਕੇ ਆਏ, ਕੋਰਟ ਜਾਂਦੇ ਹੀ ਪੈਸਾ ਕਿਹਦਾ ਖਰਚਿਆ? ਪੰਜਾਬ ਦੇ ਟੈਕਸਪੇਅਰ ਦਾ ਪੈਸਾ ਖਰਚਿਆ ਗਿਆ। ਪੰਜਾਬ, ਅੱਛਾ ਸਿਰਫ ਸਰਕਾਰ ਦੁਆਰਾ ਨਹੀਂ, ਮੈਂ ਜੈਵਨ ਸਾਹਿਬ ਨੂੰ ਵੀ ਪੁੱਛੂੰਗਾ ਕਿ ਗਵਰਨਰ ਸਾਹਿਬ ਵੱਲੋਂ ਜਿਹੜੀ ਰਿਪਰੈਜ਼ੈਂਟੇਸ਼ਨ ਗਈ ਸੁਪਰੀਮ ਕੋਰਟ ਦੇ ਵਿੱਚ, ਉਹਦੇ ਪੈਸਾ ਕਿਹਦਾ ਖਰਚਿਆ ਗਿਆ? ਅਗਲੀ ਚੀਜ਼ ਤੁਸੀਂ ਗੌਰਵ ਜੀ ਦੇਖੋ, ਨਹੀਂ ਉਹ ਕਹਿੰਦੇ ਕਸੂਰਵਾਰ ਰਾਜਪਾਲ ਨੇ ਕਿ ਜੇ ਨਾ ਆਬਜੈਕਸ਼ਨ ਲਗਾਉਂਦੇ, ਨਾ ਅਸੀਂ ਸੁਪਰੀਮ ਕੋਰਟ ਜਾਂਦੇ, ਇਹ ਸਰਕਾਰ ਦੇ ਨੁਮਾਇੰਦੇ ਬੈਠੇ ਨੇ, ਉਹਨਾਂ ਦਾ ਤਰਕ ਇਹ ਹੈ ਕਿ ਜਿਹੜੇ ਵਕੀਲਾਂ ਦਾ ਖਰਚਾ ਹੋਇਆ ਉਹਦਾ ਟੈਕਸ ਦੇ ਪੈਸਿਆਂ ਦਾ ਹੀ ਜਾਣਾ ਸੀ। ਹੁਣ ਮੈਂ ਉਹਦਾ ਵੀ ਜਵਾਬ ਦਿੰਦਾ। ਆਨਰੇਬਲ ਸੁਪਰੀਮ ਕੋਰਟ ਜਾਏ ਤੇ ਸੁਪਰੀਮ ਕੋਰਟ ਚ ਹੋਇਆ ਕੀ? ਸੁਪਰੀਮ ਕੋਰਟ ਨੇ ਕਿਹਾ ਕਿ ਡਿਊਟੀ ਬਾਉਂਡ ਹੋ, ਤੁਸੀਂ ਜਵਾਬ ਦੇਣ ਲਈ ਜੇ ਗਵਰਨਰ ਸਾਹਿਬ ਸਵਾਲ ਪੁੱਛਣਗੇ ਤੇ ਜਵਾਬ ਦੇਣਾ ਹੀ ਪਊਗਾ। ਡਿਊਟੀ ਬਾਉਂਡ ਸ਼ਬਦ ਵਰਤਿਆ ਗਿਆ ਹੈ। ਦੂਜੀ ਗੱਲ ਤੁਸੀਂ ਦੇਖੋ, ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਜਿਹੜੇ ਸ਼ਬਦ ਤੁਸੀਂ ਵਰਤੇ, ਟਵੀਟ ਕੀਤੇ, ਲੈਟਰਸ ਲਿਖੇ ਸਰਕਾਰ ਨੂੰ, ਕਿਹਾ ਉਹ ਅਨਕਨਸਟੀਟਿਊਸ਼ਨਲ ਤੇ ਡੈਰੋਗੇਟਰੀ ਹੈ। ਉਹਦੇ ਬਾਵਜੂਦ ਕਿਹੜੇ ਸ਼ਬਦਾਂ ਦਾ ਪ੍ਰਯੋਗ ਹੋਇਆ ਕੱਲ ਵਿਧਾਨ ਸਭਾ ਦੇ ਵਿੱਚ? ਇਹ ਪਹਿਲਾ ਸਟੇਟਮੈਂਟ, ਹਰੇਕ ਸੂਬੇ ਦੇ ਵਿੱਚ ਬੀਜੇਪੀ ਨੇ, ਸੈਂਟਰ ਦੀ ਸਰਕਾਰ ਨੇ ਇੱਕ ਬੰਦਾ ਬਿਠਾ ਰੱਖਿਆ ਹੈ। ਦੂਜਾ ਬਿਆਨ, ਵੇਲਾ ਬੈਠਾ ਹੈ ਤੇ ਮੈਨੂੰ ਲਵ ਲੈਟਰਸ ਭੇਜੇ ਜਾ ਰਹੇ ਆ ਵਾਰ-ਵਾਰ। ਤੀਜਾ, ਜੇ ਕੋਈ ਪੰਗਾ ਗਵਰਨਰ ਸਾਹਿਬ ਨਾ ਲੈਣ, ਗਵਰਨਰ ਸਾਹਿਬ ਤਾਂ ਨਹੀਂ ਕਿਹਾ, ਤਾਂ ਮੇਰੇ ਮੂੰਹ ਚੋਂ ਨਿਕਲ ਗਿਆ ਗਵਰਨਰ ਸਾਹਿਬ, ਮੈਂ ਰਿਪੀਟ ਕੋਰਟ ਟੂ ਕੋਰਟ ਕਰਦਾ ਹਾਂ, ਜੇ ਕੋਈ ਪੰਗਾ ਨਾ ਲਵੇ ਤੇ ਫਿਰ ਸੈਂਟਰ ਤੋਂ ਫੋਨ ਆਉਂਦਾ ਹੈ ਵੀ ਚੀਫ ਮਿਨਿਸਟਰ ਦੇ ਨਾਲ ਕੋਈ ਪੰਗਾ ਕਿਉਂ ਨਹੀਂ ਲੈ ਰਹੇ ਨਾਨ ਬੀਜੇਪੀ ਰੂਲ ਸਟੇਟ ਦੇ ਵਿੱਚ। ਚੌਥਾ ਬਿਆਨ, ਕਹਿੰਦੇ ਰਾਜ ਭਵਨ ਹੈਡ ਆਫਿਸ ਹੈ ਬੀਜੇਪੀ ਦਾ। ਹੁਣ ਤੁਸੀਂ ਦੇਖੋ ਗੌਰਵ ਜੀ, ਇਹ 4-5 ਬਿਆਨ, ਉਹ ਤੋਂ ਪਹਿਲਾਂ ਰਾਮਲੀਲਾ ਮੈਦਾਨ ਦੇ ਵਿੱਚ ਕੀ ਕਿਹਾ ਗਿਆ ਸੀਗਾ? ਮੁਝੇ ਕਹਾ, ਉਸਨੇ ਕਹਾ ਕਿ ਮੈਂ ਮੇਰੀ ਸਰਕਾਰ ਨਹੀਂ कहूंगा। ਹੁਣ ਇੱਕ ਪਾਸੇ ਗੌਰਵ ਜੀ ਚੀਫ ਮਿਨਿਸਟਰ ਨੇ, ਜੋ ਸਾਡੇ ਹੈਡ ਆਫ ਦ ਸਟੇਟ ਨੇ, ਪੂਰੇ ਪੰਜਾਬ ਨੂੰ 3 ਕਰੋੜ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਆ, ਸਾਡੀ ਸਭਿਅਤਾ, ਸਾਡੀ ਮਾਨ ਮਰਿਆਦਾ, ਤੇ ਉਹ ਤੋਂ ਬਾਅਦ ਇਹ ਜੇ ਬਿਆਨ ਦੇਣੇ, ਉਹ ਪੰਜਾਬ ਦੀ ਕਿਹੜੀ ਛਵੀ ਰਿਫਲੈਕਟ ਕਰ ਰਿਹਾ ਜੀ? ਤੇ ਦੇਣਾ ਵੀ ਇੱਕ ਮਿੰਟ ਕਰਨ ਲਈ ਬਹੁਤ ਜ਼ਰੂਰੀ ਪੁਆਇੰਟ ਹੈ, ਤੇ ਦਿੱਤਾ ਵੀ ਕਿਹਦੇ ਲਈ? ਉਹ ਵਿਅਕਤੀ ਲਈ ਜੋ ਕਨਸਟੀਟਿਊਸ਼ਨਲ ਪੋਸਟ ਤੇ ਬੈਠੇ ਹੈ। ਮੈਂ ਇੱਕ ਗੱਲ ਕਹੂੰਗਾ ਗੌਰਵ ਜੀ, ਇਹ ਸਭ ਕੁਝ ਮੱਦੇਨਜ਼ਰ ਰੱਖਦੇ ਹੋਏ, ਸੁਪਰੀਮ ਕੋਰਟ ਨੇ ਜੋ ਕਿਹਾ ਤੇ ਜੋ ਇਹਨਾਂ ਨੇ ਬਿਆਨਾਤ ਦਿੱਤੇ, ਇਹਨਾਂ ਨੇ ਸੁਪਰੀਮ ਕੋਰਟ ਨੂੰ ਵੀ ਅੰਡਰਮਾਈਨ ਕਰਤਾ, ਇਹਨਾਂ ਨੇ ਸੰਵਿਧਾਨ ਨੂੰ ਵੀ ਅੰਡਰਮਾਈਨ ਕਰਤਾ, ਆਰਟੀਕਲ 167B ਨੂੰ, ਜੋ ਕਹਿੰਦਾ ਡਿਊਟੀ ਬਾਉਂਡ ਹੋ ਜਵਾਬ ਦੇਣ ਲਈ। ਤੇ ਤੀਜਾ, ਇਹਨਾਂ ਨੇ ਗਵਰਨਰ ਸਾਹਿਬ ਨੂੰ ਵੀ ਅੰਡਰਮਾਈਨ ਕੀਤਾ। ਤੁਹਾਨੂੰ ਯਾਦ ਹੋਊਗਾ ਗਵਰਨਰ ਸਾਹਿਬ ਨੇ 10 ਖਤ ਲਿਖੇ ਇਹਨਾਂ ਨੂੰ। ਗਵਰਨਰ ਸਾਹਿਬ ਨੇ ਪੁੱਛਿਆ ਏਜੰਡਾ ਕੀ ਹੋਣ ਜਾ ਰਿਹਾ, ਸਿਰਫ ਅੱਧਾ ਘੰਟਾ ਪਹਿਲਾਂ ਏਜੰਡਾ ਦੱਸਿਆ ਵੀ ਬੰਦਾ ਤਿਆਰੀ ਕਿਵੇਂ ਕਰਕੇ ਆਊਗਾ, ਨਾਲੇ ਤੁਹਾਨੂੰ ਪਤਾ ਵੀ ਤੁਹਾਨੂੰ ਜਵਾਬ ਦੇਣਾ ਹੀ ਪੈਣਾ। ਜ਼ਰੂਰੀ ਚੀਜ਼ ਦੇਖੋ, ਕਹਿੰਦੇ ਹੈਲੀਕਾਪਟਰ ਕਿਉਂ ਵਰਤ ਰਹੇ ਹੋ? ਗੌਰਵ ਜੀ, ਗਵਰਨਰ ਸਾਹਿਬ ਨੇ ਚੌਪਰ ਕੋਈ ਪਰਸਨਲ ਕੰਮ ਲਈ ਤਾਂ ਵਰਤਿਆ ਨਹੀਂ, ਕੋਈ ਮਮਤਾ ਬੈਨਰਜੀ ਨੂੰ ਮਿਲਣ ਲਈ ਤਾਂ ਵਰਤਿਆ ਨਹੀਂ, ਠਾਕਰੇ ਸਾਹਿਬ ਨੂੰ ਮਿਲਣ ਲਈ ਤਾਂ ਵਰਤਿਆ ਨਹੀਂ, ਸ਼ਰਦ ਪਵਾਰ ਸਾਹਿਬ ਨੂੰ ਮਿਲਣ ਲਈ ਤਾਂ ਵਰਤਿਆ ਨਹੀਂ। ਜਵਾਬ ਲੈ ਲਈਏ ਸਰ, ਕੰਪਲੀਟ ਕਰ ਰਿਹਾ ਬਸ 10 ਸੈਕਿੰਡ ਹੋਰ। ਉਹਨਾਂ ਨੇ ਚੌਪਰ ਵਰਤਿਆ ਤਾਂ ਕਿ ਬਾਰਡਰ ਡਿਸਟ੍ਰਿਕਟ ਦੇ ਵਿੱਚ ਜਾ ਸਕਣ, ਨਸ਼ੇ ਦੇ ਨੱਥ ਪੈ ਸਕੇ। ਜਿਹੜਾ ਨਸ਼ਾ ਆ ਰਿਹਾ ਹੈ, ਐਨਡੀਪੀਐਸ ਰਿਲੇਟਡ ਕ੍ਰਾਈਮ ਪੰਜਾਬ ਸਭ ਤੋਂ ਜ਼ਿਆਦਾ, 4 ਮਹੀਨਿਆਂ 'ਚ ਨਸ਼ਾ ਖਤਮ ਕਰ ਦਾਂਗੇ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ, ਉਹ ਵੱਧ ਗਿਆ। ਸੋ ਇਹਦਾ ਕੰਮ ਕਰ ਨਹੀਂ ਰਹੇ। ਤੇ ਗਵਰਨਰ ਸਾਹਿਬ 4 ਦਫਾ ਜਾਏ ਤੇ ਇਹਨਾਂ ਨੂੰ ਪ੍ਰੋਬਲਮ ਹੈ। ਮੈਂ ਤਾਂ ਇੱਕ ਗੱਲ ਕਹੂੰਗਾ, ਕਹਿੰਦੇ ਕੇਸ ਨਹੀਂ ਹੋ ਸਕਦਾ। ਠੀਕ ਹੈ, ਤੁਹਾਨੂੰ ਯਾਦ ਹੈ ਗੌਰਵ ਜੀ, ਥੋੜੇ ਟਾਈਮ ਪਹਿਲਾਂ ਨਾ, ਕੁਝ ਮਹੀਨਾ ਪਹਿਲਾਂ, ਅਨਪਾਰਲੀਮੈਂਟਰੀ ਵਰਡਸ ਦੀ ਇੱਕ ਸੂਚੀ ਜਾਰੀ ਹੋਈ ਸੀ, ਇੱਕ ਲਿਸਟ ਜਾਰੀ ਹੋਈ ਸੀਗੀ ਵੀ ਆਹ ਸ਼ਬਦ ਅਨਪਾਰਲੀਮੈਂਟਰੀ ਹੈ। ਪਾਰਲੀਮੈਂਟ ਦੇ ਵਿੱਚ ਬੜਾ ਰੌਲਾ ਵੀ ਪਿਆ ਸੀਗਾ, ਤੇ ਇਹ ਜਿਹੜੇ ਸ਼ਬਦ ਵਰਤੇ ਗਏ ਆ, ਇਹ ਅਨਪਾਰਲੀਮੈਂਟਰੀ ਨੇ, ਸਾਨੂੰ ਸ਼ੋਭਤੇ ਨਹੀਂ। ਤੇ ਮੈਨੂੰ ਇੱਕ ਗੱਲ ਦੀ ਹੈਰਾਨਗੀ ਹੋਈ,
ਜਦੋਂ ਵਿਧਾਨ ਸਭਾ ਦੇ ਵਿੱਚ ਇਹ ਸ਼ਬਦ ਵਰਤੇ ਜਾ ਰਹੇ ਸੀਗੇ ਗੌਰਵ ਜੀ, ਕਿਸੇ ਨੇ ਕੋਈ objection ਨਹੀਂ ਕੀਤੀ, ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਸੇ ਨੇ ਕੋਈ ਇਤਰਾਜ਼ ਨਹੀਂ ਜਤਾਇਆ। ਇੰਨੀ ਅਨਫੋਰਚੂਨੇਟਲੀ ਪਵਿੱਤਰ ਧਰਤੀ ਹੈ ਵਿਧਾਨ ਸਭਾ। ਠੀਕ ਹੈ, ਚਲੋ ਜਵਾਬ ਲੈ ਲਈਏ ਸਰ। ਇੱਥੇ ਗੱਲ ਇਹ ਹੈ ਕਿ ਆਪੋਜੀਸ਼ਨ ਨਹੀਂ ਬੈਠੀ ਸੀ, ਆਪੋਜੀਸ਼ਨ ਨਹੀਂ ਬੈਠੀ ਸੀ, ਅਕਾਲੀ ਦਲ ਦੇ ਵਿਧਾਇਕ ਜਿੰਨੀ ਮੇਰੇ ਕੋਲ ਜਾਣਕਾਰੀ ਹੈ। ਮੈਂ ਦੱਸਦਾ ਉਹਦਾ ਜਵਾਬ ਨਹੀਂ ਠੀਕ ਹੈ, ਉਹ ਸਾਰਿਆਂ ਨੂੰ ਪਤਾ ਹੈ। ਖੜਿਆਲ ਸਾਹਿਬ ਜਵਾਬ ਲੈ ਲਿਓ, ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਆਪਰੇਸ਼ਨ ਲੋਟਸ ਤੇ ATR ਮੰਗ ਰਹੇ ਸੀ, ਐਕਸ਼ਨ ਟੇਕਨ ਰਿਪੋਰਟ ਮੰਗ ਰਹੇ ਸੀ, ਬਾਈਕਾਟ ਕੀਤਾ ਸੀ, ਇਸ ਕਰਕੇ ਆਪਾਂ ਉਸ ਵਾਲੇ ਪਾਸੇ ਨਹੀਂ ਜਾਣਾ। ਅਲੂਵਾਲੀਆ ਜੀ ਜਵਾਬ ਦੇ ਦਿਓ ਸਰ। ਬਹੁਤ ਸਾਰੇ ਇਲਜ਼ਾਮਾਂ ਦੇ ਨਾਲ ਤੁਹਾਡੇ ਉੱਤੇ ਹੀ ਆ ਕੇ ਸੂਈ ਟਿਕ ਰਹੀ ਹੈ। ਨਹੀਂ ਇਹ ਤਿੰਨੋਂ ਪਾਰਟੀਆਂ ਠੀਕ ਕਹਿ ਰਹੀਆਂ। ਇਹਨਾਂ ਨੂੰ ਤਕਲੀਫ ਸਿਰਫ ਸਰਦਾਰ ਭਗਵੰਤ ਸਿੰਘ ਮਾਨ ਤੋਂ ਹੈ, ਆਮ ਆਦਮੀ ਪਾਰਟੀ ਤੋਂ ਹੈ, ਜਿਸ ਕਰਕੇ ਤਿੰਨੋਂ ਇਕੱਠੇ ਹੋ ਜਾਂਦੇ ਮੌਕੇ ਆਉਣ ਤੇ। ਜਦ ਵਿਧਾਨ ਸਭਾ ਦੇ ਅੰਦਰ ਸੈਸ਼ਨ ਚੱਲਦਾ ਹੈ ਤਦ ਅਸੀਂ ਅੰਦਰ ਜਾਣਾ ਨਹੀਂ, ਤਦ ਅਸੀਂ ਬॉयकाट ਕਰਨਾ। ਚੈਨਲਾਂ ਤੇ ਬੈਠ ਕੇ ਰੋਲਾ ਪਾਣਗੇ, ਦੇਖੋ ਜੀ ਇਹਨਾਂ ਨੇ ਇਹ ਕਰਤਾ ਉਹ ਕਰਤਾ। ਉਹ ਭਾਈ ਚੁਣੀ ਹੋਈ ਸਰਕਾਰ ਹੈ, ਤੁਸੀਂ ਚੁਣੀ ਹੋਈ ਸਰਕਾਰ ਨਾਲ ਖੜੇ ਹੋ ਕਿ ਇੱਕ ਨੋਮੀਨੇਟਿਡ ਗਵਰਨਰ ਨਾਲ ਖੜੇ ਹੋ? ਨਹੀਂ, ਤੁਹਾਡੇ ਇੱਕ ਤਾਂ ਬੀਜੇਪੀ ਵਾਲੇ ਵਿਰੋਧੀ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਇਲਜ਼ਾਮ ਲਗਾਉਂਦੇ ਹੋ, ਉਧਰ ਅਕਾਲੀ ਦਲ ਤੇ ਕਾਂਗਰਸ ਨੂੰ ਵੀ ਲੱਗਦਾ ਕਿ ਰਾਜਪਾਲ ਦੇ ਲਈ ਜੋ ਇਸਤੇਮਾਲ ਸ਼ਬਦਾਂ ਦਾ ਕੀਤਾ ਜਾ ਰਿਹਾ ਉਹ ਨਹੀਂ ਠੀਕ ਹੈ, ਉਹ ਡੈਰੋਗੇਟਰੀ ਵਰਡਸ ਨੇ। ਨਹੀਂ ਏਦਾਂ ਹੈ ਕਿ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਰਾਮਲੀਲਾ ਗਰਾਊਂਡ ਤੋਂ ਗੱਲ ਦੱਸੀ। ਦੇਖੋ ਅਸਲੀਅਤ ਤਾਂ ਦੱਸਣੀ ਪਊਗੀ। ਅਸਲੀਅਤ ਕੌਣ ਦੱਸੇਗਾ? ਅਸਲੀਅਤ ਉਹ ਦੱਸਣਗੇ ਜਿਹੜੇ ਸਰਕਾਰ 'ਚ ਬੈਠੇ ਨੇ, ਜਿਨ੍ਹਾਂ ਨਾਲ ਧੱਕਾ ਹੋ ਰਿਹਾ ਉਹ ਦੱਸਣਗੇ, ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ। ਡੈਮੋਕ੍ਰੇਸੀ ਦੇ ਅੰਦਰ ਚੁਣਿਆ ਗਿਆ, ਕੋਈ ਅਸੀਂ ਨੋਮੀਨੇਟਿਡ ਨਹੀਂ ਹੈ, ਚੁਣੀ ਹੋਈ ਸਰਕਾਰ ਹੈ। ਚੁਣੀ ਹੋਈ ਸਰਕਾਰ ਨੂੰ ਜੇ ਗਵਰਨਰ ਤੰਗ ਕਰੂਗਾ ਤੇ ਅਸੀਂ ਲੋਕਾਂ ਨੂੰ ਦੱਸਾਂਗੇ। ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹੀ ਕਿਹਾ ਔਰ ਆਪਣੇ ਆਪ ਉਹ ਮੰਨਦੇ ਪਏ ਨੇ। ਗਵਰਨਰ ਸਾਹਿਬ ਆਪਣੇ ਆਪ ਮੰਨਦੇ ਪਏ ਨੇ। ਦੂਜਾ ਪੁਆਇੰਟ ਦੱਸ ਦਿਓ ਤੁਸੀਂ ਕਿੱਥੇ ਤੰਗ ਕੀਤਾ ਦਖਲਅੰਦਾਜ਼ੀ। ਇੱਕ ਤਾਂ ਤੁਸੀਂ ਦੱਸ ਦਿੱਤਾ ਸੈਸ਼ਨ ਵਾਲੀ ਗੱਲ। ਮੈਂ ਤੁਹਾਨੂੰ ਦੱਸਦਾ ਕਿ ਜਗ੍ਹਾ ਤੇ ਬਾਰਡਰ ਤੇ ਜਾਂਦੇ ਨੇ, ਕਹਿੰਦੇ ਮੈਂ ਦੇਖੂੰਗਾ ਕੈਸੇ ਕਿਆ ਕਰਨਾ ਹੈ। ਉਹ ਭਾਈ ਅਸੀਂ ਕਹੀ ਜਾਂਦੇ ਸਾਡਾ RDF ਦਾ NHM ਦਾ ਪੈਸਾ ਨਹੀਂ ਹੈ ਨਾ, ਡਰੱਗ ਸਾਰੇ ਗੁਜਰਾਤ ਤੋਂ ਆ ਰਹੇ ਨੇ ਪੋਰਟ ਤੋਂ। ਤੁਹਾਡੀ ਸੈਂਟਰ 'ਚ ਸਰਕਾਰ ਹੈ, ਇੱਕ ਤਰ੍ਹਾਂ ਦੇ ਰਿਪਰੈਜ਼ੈਂਟੇਟਿਵ ਨੇ ਨਾ ਭਾਰਤੀ ਜਨਤਾ ਪਾਰਟੀ ਦੇ। ਉਹ ਕਹਿੰਦੇ ਮੈਂ ਸਭ ਕੁਝ ਕਰੀ ਬੈਠਾ ਤੇ ਇੱਕ ਚਿੱਠੀ ਲਿਖ ਕੇ RDF ਬਾਰੇ ਨਹੀਂ ਕਹਿ ਸਕਦੇ, ਇਹ ਪੁੱਛ ਨਹੀਂ ਸਕਦੇ ਵੀ RDF ਦਾ ਪੈਸਾ ਛੱਡ ਦਿਓ। ਇਹ ਵੀ ਕਹਿ ਰਹੇ ਨੇ ਕਹਿੰਦੇ ਤੁਸੀਂ ਸਰਕਾਰ ਨੇ ਲਿਖ ਕੇ ਨਹੀਂ ਭੇਜਿਆ, ਕਹਿੰਦੇ ਮੁੱਖ ਸਕੱਤਰ ਨੂੰ ਪੁੱਛੋ, ਨਹੀਂ ਲਿਖ ਕੇ ਭੇਜਿਆ, ਜੇ ਭੇਜਿਆ ਤਾਂ ਅਸੀਂ ਭੇਜ ਦੇਣਾ ਸੀ। ਕਹਿੰਦੇ ਮੈਂ ਭੇਜ ਦੇਣਾ। ਭਰਾ ਨੇ ਬੜਾ ਵਧੀਆ ਪੁਆਇੰਟ ਚੱਕਿਆ ਸੀ, ਉਹਦੇ ਉੱਤੇ ਵੀ ਤੁਹਾਨੂੰ ਮਾਨ ਸਾਹਿਬ ਕਲੀਅਰ ਕਰ ਦੇਣਗੇ। ਦੂਜੀ ਗੱਲ, ਗਵਰਨਰ ਹੋਵੇ ਪੰਜਾਬ ਦਾ ਤੇ ਗੱਲ करे कि हरियाणा की यूनिवर्सिटी के साथ इसको एफिलिएशन दे देते हैं, पैसे भेज देते हैं हम। ओ भाई तू पंजाब दा गवर्नर है, तू प्रेस कॉन्फ्रेंस हरियाणे ਲਈ ਕਰੀ ਜਾਂਦਾ, ਤੂੰ ਕੀ ਪੁਆਇੰਟ ਰੱਖੇਗਾ ਪੰਜਾਬ ਦੇ ਜਿਹੜਾ ਤੇ ਕਹਿੰਦਾ ਥੋੜੀ ਦੇਰ ਬਾਅਦ ਪੁਆਇੰਟ ਚੁੱਕ ਦਿੰਦਾ ਹੈ ਕਿ ਵੀ ਜਿਹੜੀ ਵੀ ਚੀਜ਼ ਕਰਨੀ ਹੈ। ਸੁਣ ਲਓ ਜਿਹੜੀ ਚੀਜ਼ਾਂ ਬਾਰ-ਬਾਰ ਕਹਿੰਦੇ ਪਏ ਹੈ ਕਿ ਹਰਿਆਣੇ ਲਈ ਕੋਈ ਯੂਨੀਵਰਸਿਟੀ ਐਫੀਲੀਏਸ਼ਨ ਦੇ ਦਿੱਤੀ। ਤੁਸੀਂ ਹੁਣ ਵੀ ਗਵਰਨਰ ਨੂੰ ਲੈ ਕੇ ਤੂੰ ਕਹਿ ਦਿੱਤਾ। ਦੇਖੋ ਤੁਹਾਡੇ ਵਿਰੋਧੀਆਂ ਨੂੰ ਬਹੁਤ ਇਤਰਾਜ਼ ਹੈ ਇਸ ਦੇ ਉੱਪਰ। ਦੇਖੋ ਮੈਂ ਤੁਹਾਨੂੰ ਬੜੀ ਇਹਨਾਂ ਨੂੰ ਤਾਂ ਪ੍ਰੋਬਲਮ ਰਹਿਣੀ। ਤੁਸੀਂ ਪਤਾ ਕੀ ਹੈ, ਤੁਸੀਂ ਆਪਣੀ ਜਗ੍ਹਾ ਸੱਚੇ ਹੋ, ਤੁਸੀਂ ਆਪਣੀ ਜਗ੍ਹਾ ਸੱਚੇ ਹੋ, ਤੁਸੀਂ ਤਿੰਨੋਂ ਜਿਹੜੇ ਹੈਗੇ ਹੋ। ਅਲੂਵਾਲੀਆ ਜੀ ਇੱਥੇ ਪ੍ਰੋਬਲਮ ਉਹਨਾਂ ਨੂੰ ਜ਼ਿਆਦਾ ਹੈ। ਕਹਿੰਦੇ ਦੇਖੋ ਆਮ ਤੌਰ ਤੇ ਆਪਾਂ ਜੇ ਗਵਰਨਰ ਸਾਹਿਬ ਦਾ ਜ਼ਿਕਰ ਕਰਨਾ ਹੋਵੇ ਤਾਂ ਮਾਨਯੋਗ ਸ਼ਬਦ ਦਾ ਵੀ ਇਸਤੇਮਾਲ ਨਾਲ ਕਰਦੇ ਹਾਂ ਕਿ ਮਾਨਯੋਗ ਗਵਰਨਰ ਸਾਹਿਬ ਨੇ। ਮੈਂ ਕੋਈ ਏਦਾਂ ਗਵਰਨਰ ਦੀ ਡਿਗਨਿਟੀ ਜਾਂ ਉਹਨਾਂ ਦੀ ਕੁਰਸੀ ਨੂੰ ਸਾਡੀ ਕੋਈ ਅਗਰ ਕੋਈ ਇਹੋ ਜਿਹੀ ਗੱਲ ਕਹੀ ਗਈ ਹੈ, ਮੈਂ ਉਹਦੀ ਮਾਫੀ ਮੰਗਦਾ। ਮੈਂ ਕੋਈ ਇੰਟੈਂਸ਼ਨਲੀ ਨਹੀਂ ਕਹਿੰਦਾ, ਪਰ ਮੈਂ ਇੱਕ ਗੱਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ। ਚੈਨਲ ਦੇ ਉੱਤੇ ਬੈਠ ਕੇ ਕੋਈ ਬੰਦਾ ਇਹਨਾਂ ਨੇ ਸਾਡੇ ਸੋਸ਼ਲ ਸਟਰਕਚਰ ਦਾ ਸੱਤਿਆਨਾਸ਼ ਕਰ ਦਿੱਤਾ ਆਮ ਆਦਮੀ ਪਾਰਟੀ ਨੇ। ਤੁਹਾਨੂੰ ਦੱਸ ਦਿੰਦੇ ਆ, ਤੁਸੀਂ ਕਾਹਨੂੰ ਇੰਨਾ ਹੋ ਰਹੇ ਹੋ? ਜਦ ਗੱਲ ਚੱਲ ਰਹੀ ਹੋਏ ਨਾ ਕਿਸੇ ਵੀ ਮੁੱਦੇ ਦੀ, ਉਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਬੀਜੇਪੀ ਨੂੰ ਮਾਸਟਰੀ ਹੈਗੀ ਉਹਦੀ। ਹੁਣ ਅਸੀਂ ਤੁਹਾਨੂੰ ਇੱਕ ਸਵਾਲ ਪੁੱਛਦੇ, ਉਹ ਤੇ ਤੁਸੀਂ ਕਰਦੇ ਹੋ, ਮੈਂ ਤੇ ਕਦੀ ਬੋਲਦਾ ਹੀ ਨਹੀਂ ਵਿੱਚ। ਮੈਂ ਬੋਲਦਾ ਪਿਆ। ਬਾਬਾ ਫਰੀਦ ਯੂਨੀਵਰਸਿਟੀ ਦੇ ਅੰਦਰ ਵਾਈਸ ਚਾਂਸਲਰ ਦਾ ਨਾਮ ਹੋ ਗਿਆ, ਵਾਈਸ ਚਾਂਸਲਰ ਹੋ ਗਿਆ। ਉਸ ਤੋਂ ਬਾਅਦ ਕਿਹਾ ਨਹੀਂ ਜੀ ਇਹ ਗਲਤ ਤਰੀਕੇ ਨਾਲ ਕੀਤਾ ਗਿਆ। ਉਹ ਗਲਤ ਤਰੀਕੇ ਨਾਲ ਕਿਵੇਂ ਕੀਤਾ ਗਿਆ? ਉਸ ਬੰਦੇ ਬਾਰੇ ਉਹਦੀ ਡਿਟੇਲ ਤਾਂ ਦੇਖ ਲਓ, ਕਿਵੇਂ ਉਦੋਂ ਪ੍ਰੋਸੈਸ ਕੀਤਾ। ਇਹ ਇਹਨਾਂ ਦੇ ਹਿਸਾਬ ਨਾਲ ਅਸੀਂ ਜਿਹੜਾ ਵੀ ਕਾਗਜ਼ ਉਹਨਾਂ ਨੂੰ ਭੇਜਦੇ ਹਾਂ ਉਹ ਡਾਇਰੈਕਟਲੀ ਲਿਖਿਆ ਜਾਂਦਾ। ਇੱਕ ਜਵਾਬ ਲਵੋ PTU ਵਾਲਾ, ਉਸ ਤੋਂ ਬਾਅਦ ਜਵਾਬ ਲਵਾਂਗਾ। ਜੈਬੰਸ਼ ਜੀ। ਹਾਂਜੀ ਦੇਖੋ ਗੌਰਵ ਜੀ, ਸਾਡੇ ਵੱਲੋਂ ਮੈਂ ਤੇ ਇੱਕ ਓਪਨਿੰਗ ਸਟੇਟਮੈਂਟ ਕੱਢ ਦਿੱਤੀ ਸੀ, ਜਿਹੜੀ ਕਲੇਅਰ ਸਾਹਿਬ ਨੇ 5-7 ਪੁਆਇੰਟ ਇਹਨਾਂ ਨੂੰ ਪੁੱਛੇ ਨੇ। ਇਹਨਾਂ ਕੋ ਇੱਕ ਕਰਕੇ ਉਹਨਾਂ ਪੁਆਇੰਟ ਦਾ ਜਵਾਬ ਦੇਣ। ਮੈਂ ਆਪਣਾ ਸਾਰਾ ਟਾਈਮ ਇਹਨਾਂ ਨੂੰ ਦੇ ਦੇਣਾ, ਕਲੇਅਰ ਸਾਹਿਬ ਨੂੰ ਦੇ ਦੇਣਾ, ਇਹਨਾਂ ਨੂੰ ਕੋ ਇੱਕ ਕਰਕੇ ਉਸ ਪੁਆਇੰਟ ਦਾ ਜਵਾਬ ਦੇਣ। ਕਿਉਂਕਿ ਇਹ ਜਿਹੜੀ ਇਹਨਾਂ ਨੇ ਇੱਕ ਲੰਬੀ ਤੂੰ ਕਹਿ ਕੇ ਤੇ ਇਹ ਕਹਿ ਕੇ ਜਿਹੜੀ ਇਹਨਾਂ ਨੇ ਇੱਕ ਲੰਬੀ ਜੀ ਇੱਕ ਸਪੀਚ ਦੇਤੀ ਹੈ ਨਾ, ਇਲੈਕਸ਼ਨ ਸਪੀਚ, ਉਹਦੇ ਵਿੱਚੋਂ ਕਿਸੇ ਵੀ ਪੁਆਇੰਟ ਦਾ ਇਹਨਾਂ ਨੇ ਜਵਾਬ ਨਹੀਂ ਦਿੱਤਾ। ਇਹਨਾਂ ਨੂੰ ਕੋਈ ਜਵਾਬ ਦੇਣ। ਕਲੇਅਰ ਸਾਹਿਬ ਜਵਾਬ ਮਿਲਿਆ? ਮੈਂ ਫੇਰ ਦੁਬਾਰਾ ਆਪਣੇ RDF ਵਾਲੇ ਦੇ ਉੱਤੇ ਜਵਾਬ ਤੁਹਾਨੂੰ ਮਿਲ ਗਿਆ? ਨਹੀਂ ਮਿਲੇ। ਮੈਂ ਫੇਰ ਦੁਬਾਰਾ ਕਲੀਅਰ ਕਰ ਦਿੰਦਾ। ਦੇਖੋ ਮੈਂ ਇੱਕ ਗੱਲ ਤਾਂ ਪਹਿਲਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਇਦਾਂ ਬਿਹੇਵ ਕਰਨਾ ਬੰਦ ਕਰ ਦੇਣ। ਇੱਕ ਕਰਕੇ ਪੁੱਛੋ, ਇੱਕ ਕਰਕੇ ਜਵਾਬ ਲਓ। ਮੈਂ ਜਬਨ ਸੀ, ਮੈਂ ਦੇਖੋ ਆਮ ਆਦਮੀ ਪਾਰਟੀ ਵਾਲੇ ਵੀਰ ਨੂੰ ਪਹਿਲਾਂ ਇਹ ਗੱਲ ਕਹਿਣਾ ਕਿ ਆਮ ਆਦਮੀ ਪਾਰਟੀ ਇਦਾਂ ਕਿਉਂ ਬਿਹੇਵ ਕਰਦੀ ਹੈ ਕਿ ਪੰਜਾਬ ਜਿਹੜਾ ਇੱਕ ਟਾਪੂ ਹੈ ਤੇ ਆਮ ਆਦਮੀ ਪਾਰਟੀ ਨਹੀਂ ਲੱਭਿਆ। ਪਹਿਲਾਂ ਤਾਂ ਪੰਜਾਬ ਹੈ ਨਹੀਂ ਸੀ,
ਪੰਜਾਬ ਦਾ ਹੈਲੀਕਾਪਟਰ ਲੈ ਕੇ ਦੇਸ਼ 'ਚ ਘੁੰਮੇ। ਕਿੰਨੇ ਸੀਐਮਾਂ ਨੂੰ ਮਿਲੇ ਜਿਹੜੇ ਕਿ ਬੀਜੇਪੀ ਦੇ ਮੁੱਖ ਮੰਤਰੀ ਨਹੀਂ ਹੈਗੇ, ਉਹਨਾਂ ਚੋਂ ਕਿੰਨਿਆਂ ਕਿਨੇ ਰੌਲਾ ਪਾਇਆ ਕਿ ਗਵਰਨਰ ਸਾਨੂੰ ਕੰਮ ਨਹੀਂ ਕਰਨ ਦੇ ਰਹੇ। ਇਹ ਦਿੱਲੀ ਦਾ ਮਾਡਲ ਹੈ। ਅਰਵਿੰਦ ਕੇਜਰੀਵਾਲ ਦਿੱਲੀ ਕਹਿੰਦਾ ਸੀ ਗਵਰਨਰ ਹਮੇ ਕੰਮ ਨਹੀਂ ਕਰਨੇ ਦੇਤਾ ਜੀ, ਉਹੀ ਭਗਵੰਤ ਮਾਨ ਸਾਹਿਬ ਉਰੇ ਕਹਿੰਦੇ ਨੇ ਨੰਬਰ 1। ਹੁਣ ਮੈਂ ਗੱਲ ਫੈਕਟਸ ਦੇ ਉੱਤੇ ਪੁੱਛ ਰਿਹਾ, ਮੈਂ ਫੈਕਟਸ ਦੇ ਉੱਤੇ ਪੁੱਛ ਰਿਹਾ। ਆਰਡੀਐਫ ਦਾ ਮਸਲਾ ਗਵਰਨਰ ਸਾਹਿਬ ਨੇ ਤੁਹਾਨੂੰ ਸਿੱਧੀ ਗੱਲ ਪੁੱਛੀ ਕਿ ਮੈਨੂੰ ਲਿਖਤੀ ਭੇਜਿਆ ਕਿ ਨਹੀਂ ਭੇਜਿਆ, ਹਾਂ ਜਾਂ ਨਾ?